ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਤੁਹਾਡਾ ਆਪਣੇ YouTube ਚੈਨਲ ਕਥਾ ਗੁਰਬਾਣੀ ਵਿਚਾਰ ਵਿੱਚ ਸਵਾਗਤ ਹੈ। ਜਦ ਭਾਈ ਬਿਧੀ ਚੰਦ ਪਾਤਸ਼ਾਹ ਨੂੰ ਗੁਰੂ ਜੀ ਦਾ ਸਾਰਾ ਬਹੁ ਟਿਕਾਣਾ ਦੱਸ ਆਇਆ ਤਾਂ ਪਾਤਸ਼ਾਹ ਨੂੰ ਗੁਰੂ ਜੀ ਉੱਤੇ ਬਹੁਤ ਗੁੱਸਾ ਆਇਆ। ਉਸਨੇ ਆਪਣੇ ਵਜ਼ੀਰਾਂ ਨੂੰ ਕਿਹਾ ਕਿ ਪਹਿਲਾਂ ਇਹ ਹਿੰਦੂਆਂ ਦੇ ਗੁਰੂ ਦੇ ਸਾਡਾ ਬਾਜ ਫੜ ਲਿਆ ਅਤੇ ਲੜਾਈ ਕਰਕੇ ਸਾਡੇ ਬਹੁਤ ਸਾਰੇ ਸੈਨਿਕ ਤੇ ਸੈਨਾਪਤ ਮਾਰ ਦਿੱਤੇ। ਫਿਰ ਇਸ ਵੇਲੇ ਨੇ ਰੋਹੇਲੇ ਪਿੰਡ ਦੀ ਤਬਾਹੀ ਕਰਕੇ ਸੂਬਾ ਜਲੰਧਰ ਦੀ ਫੌਜ ਦਾ ਸਤਿਆਨਾਸ਼ ਕਰ ਦਿੱਤਾ। ਲਾਹੌਰ ਤੋਂ ਕਾਜੀ ਦੀ ਧੀ ਕੱਢ ਲੈ ਗਿਆ। ਫਿਰ ਰਾਜੀ ਤੋਂ ਘੋੜਾ ਮੁੱਲ ਲੈ ਕੇ ਉਸ ਦੇ ਰੁਪਏ ਵੀ ਮਾਰ ਲਏ। ਹੁਣ ਇਹ ਸਾਡੇ 2 ਘੋੜੇ ਵੀ ਬੜੀ ਚਲਾਕੀ ਨਾਲ ਆਪਣੇ ਚੋਰਾਂ ਦੇ ਰਾਹੀਂ ਲੈ ਗਿਆ ਹੈ। ਜੇਕਰ ਇਸ ਦਾ ਕੋਈ ਪੱਕਾ ਉਪਾਅ ਨਾ ਕੀਤਾ ਗਿਆ ਤਾਂ ਪਾਤਸ਼ਾਹੀ ਦਬਦਬਾ ਮੁਲਕ ਤੇ ਨਹੀਂ ਰਹੇਗਾ। ਪਾਤਸ਼ਾਹ ਦੀ ਇਹ ਗੱਲ ਸੁਣ ਕੇ ਜਦ ਸਭ ਨੇ ਉਸ ਨਾਲ ਆਪਣੀ ਸਹਿਮਤੀ ਪ੍ਰਗਟ ਕੀਤੀ ਤਾਂ ਪਾਤਸ਼ਾਹ ਨੇ ਆਪਣੇ ਸੈਨਾਪਤੀ ਲਲਾ ਬੇਗ ਨੂੰ 35,000 ਸੂਰਮੇ ਦੇ ਕੇ ਗੁਰੂ ਜੀ ਨੂੰ ਜਿੰਦਾ ਫੜ ਕੇ ਲਿਆਉਣ ਦਾ ਜਾਂ ਮਾਰ ਦੇਣ ਦਾ ਹੁਕਮ ਸੁਣਾ ਕੇ ਭੇਜ ਦਿੱਤਾ। ਲਲਾ ਬੇਗ ਦੀਆਂ ਫੌਜਾਂ ਦੀ ਚੜ੍ਹਾਈ ਦਾ ਜਦ ਗੁਰੂ ਜੀ ਨੂੰ ਪਤਾ ਲੱਗਾ ਤਾਂ ਆਪ ਜੀ ਨੇ ਵੀ ਆਪਣੇ ਸੈਨਿਕਾਂ ਨੂੰ ਤਿਆਰ ਕਰਕੇ ਮੋਰਚਿਆਂ ਵਿੱਚ ਬਿਠਾ ਦਿੱਤਾ। ਲਲਾ ਬੇਗ ਲਾਹੌਰ ਤੋਂ ਤੁਰ ਕੇ 5ਵੇਂ ਦਿਨ ਤਰੋਦਸ਼ੀ ਨੂੰ ਰੂਪੇ ਵਿੱਚ ਪਿੰਡ ਤੋਂ ਗੁਰੂ ਜੀ ਦਾ ਪਤਾ ਕਰਕੇ ਆਪਣੇ ਨਾਲ 100 ਕੁ ਅਸਵਾਰ ਲੈ ਕੇ ਨਥਾਣੇ ਦੀ ਢਾਬ ਗੁਰੂ ਜੀ ਨੂੰ ਫੜਨ ਵਾਸਤੇ ਆਇਆ। ਅੱਗੋਂ ਸਿੱਖ ਸੂਰਮਿਆਂ ਨੇ ਵੈਰੀ ਦੇ ਜਥੇ ਨੂੰ ਦੂਰੋਂ ਆਉਂਦਾ ਵੇਖ ਕੇ ਕੜਾ-ਕੜ ਬੰਦੂਕਾਂ ਛੱਡ ਦਿੱਤੀਆਂ। ਗੋਲੀਆਂ ਦੀ ਵਿਛਾੜ ਨਾਲ ਲਲਾ ਬੇਗ ਦੇ ਕੁਝ ਸੂਰਮੇ ਫੱਟੜ ਹੋ ਕੇ ਜ਼ਮੀਨ ਤੇ ਡਿੱਗ ਪਏ ਅਤੇ ਬਾਕੀ ਪਿੱਛੇ ਹਟ ਗਏ। ਇਸ ਝੜਪ ਉਪਰੰਤ ਜਦ ਰਾਤ ਦਾ ਹਨੇਰਾ ਹੋ ਗਿਆ ਤਾਂ ਗੁਰੂ ਜੀ ਨੇ ਆਪਣੇ ਸੂਰਮਿਆਂ ਨੂੰ ਕਿਹਾ ਕਿ ਇਸ ਸਮੇਂ ਦੁਸ਼ਮਣ ਦੀ ਥੱਕੀ ਮੰਨਦੀ ਅਤੇ ਇਸ ਜਗ੍ਹਾ ਦੀ ਨਵਾਕਿਫ ਫੌਜ ਨੂੰ ਭਾਜ ਦੇਣ ਦਾ ਇਹੀ ਸਮਾਂ ਹੈ। ਤਕੜੇ ਹੋ ਕੇ ਪੈ ਜਾਓ, ਤਬਾਹੀ ਕਰ ਦਿਓ। ਗੁਰੂ ਜੀ ਦਾ ਹੁਕਮ ਸੁਣ ਕੇ ਜੋਧ ਰਾਏ ਅਤੇ ਮਾਲਕ ਜਾਤੀ ਨੇ ਆਪਣੇ ਸੂਰਮਿਆਂ ਨੂੰ ਵੰਗਾਰ ਕੇ ਰਾਤ ਦੇ ਹਨੇਰੇ ਵਿੱਚ ਦੁਸ਼ਮਣ ਸੈਨਾ ਉੱਤੇ ਹੱਲਾ ਬੋਲ ਦਿੱਤਾ। ਮਸਾਲਾਂ ਬੁਝ ਗਈਆਂ, ਬਹੁਤ ਹਨੇਰਾ ਹੋ ਗਿਆ। ਮਾਰੋ ਮਾਰ ਦੀਆਂ ਆਵਾਜ਼ਾਂ ਅਤੇ ਫੱਟੜਾਂ ਦੀਆਂ ਚੀਕਾਂ ਨਾਲ ਕੁਰਲਾਹਟ ਮੱਚ ਗਈ। ਕਿਸੇ ਨੂੰ ਕੁਝ ਸੁਣਾਈ ਨਾ ਦੇਵੇ। ਹਨੇਰੇ ਅਤੇ ਹਫੜਾ ਦਫੜੀ ਵਿੱਚ ਬਹੁਤ ਖੂਨ ਖਰਾਬਾ ਹੋਇਆ। ਦੂਸਰੇ ਦਿਨ ਸਵੇਰੇ ਹੀ ਲਲਾ ਬੇਗ ਨੇ ਕਮਰ ਬੇਗ ਦੀ ਅਗਵਾਈ ਹੇਠ 7,000 ਸੂਰਮਿਆਂ ਨਾਲ ਗੁਰੂ ਜੀ ਉੱਤੇ ਹੱਲਾ ਬੋਲ ਦਿੱਤਾ। ਸਰਦੀ ਦੀ ਰੁੱਤ ਕਰਕੇ ਦੁਸ਼ਮਣ ਸਿਪਾਹੀ ਠੰਡ ਨਾਲ ਠਰੂ ਠਰੂ ਕਰਦੇ ਹੋਏ ਜਦ ਅੱਗੇ ਵਧੇ ਤਾਂ ਜੋਧ ਸ਼ਾਹ ਨੇ ਆਪਣੇ ਭਾਈ ਸਲੇਮ ਸ਼ਾਹ ਨੂੰ 500 ਸੂਰਮੇ ਦੇ ਕੇ ਦੁਸ਼ਮਣ ਦਾ ਟਾਕਰਾ ਕਰਨ ਵਾਸਤੇ ਭੇਜਿਆ। ਆਹਮੋ ਸਾਹਮਣੇ ਦੋਹਾਂ ਪਾਸਿਆਂ ਤੋਂ ਸ਼ਸਤਰ ਗੋਲੀਆਂ ਅਤੇ ਤੀਰਾਂ ਦੀ ਵਰਖਾ ਹੋਣ ਲੱਗੀ। ਮੁਰਦਿਆਂ ਦੇ ਫੱਟੜਾਂ ਦੇ ਢੇਰ ਲੱਗੇ ਹਨ। ਧਰਤੀ ਲਹੂ ਨਾਲ ਰੰਗੀ ਹੋਈ ਹੈ। ਇਸ ਘਮਸਾਨ ਤੇ ਯੁੱਧ ਵਿੱਚ ਸ਼ਾਹੀ ਫੌਜ ਆਪਣੇ ਬਹੁਤ ਆਦਮੀ ਮਰਵਾ ਪਿੱਛੇ ਹਟ ਗਈ। ਇਹ ਨੁਕਸਾਨ ਵੇਖ ਕੇ ਲਲਾ ਬੇਗ ਬਹੁਤ ਘਾਬਰ ਗਿਆ। ਕਮਰ ਬੇਗ ਨੇ ਲਲਾ ਬੇਗ ਨੂੰ ਕਿਹਾ, ਸਾਨੂੰ ਠੰਡੀ ਹਵਾ ਤੇ ਸਿਆਲ ਦਾ ਪਾਲਾ ਕੁਝ ਨਹੀਂ ਕਰ ਦਿੰਦਾ। ਸਵੇਰ ਦਾ ਸਮਾਂ ਸਾਨੂੰ ਉਲਟਾ ਹੀ ਪਿਆ ਹੈ। ਠੰਡ ਬਹੁਤ ਹੈ। ਫਿਰ ਤੀਜੀ ਵਾਰ 8,000 ਜਵਾਨ ਲੈ ਕੇ ਭੀਖਣ ਖਾਂ ਤੇ ਗੁਲ ਖਾਂ ਗੁਰੂ ਜੀ ਉੱਤੇ ਹੱਲਾ ਕੀਤਾ। ਸਲੇਮ ਸ਼ਾਹ ਨੇ ਅੱਗੋਂ ਇੱਕ ਵਾਰ ਹੀ 500 ਬੰਦੂਕਾਂ ਦਾ ਵਾਰ ਕੀਤਾ ਅਤੇ ਬੇਅੰਤ ਤੀਰਾਂ ਦੀ ਵਰਖਾ ਕੀਤੀ। ਫਿਰ ਦੋਹਾਂ ਪਾਸਿਆਂ ਤੋਂ ਤਲਵਾਰਾਂ ਤੇ ਨੇਜਿਆਂ ਨਾਲ ਆਮੋ ਸਾਹਮਣੇ ਲੜਾਈ ਹੋਈ। 2 ਘੜੀਆਂ ਬਹੁਤ ਕੱਟ ਵੱਢ ਹੁੰਦੀ ਰਹੀ। ਦੁਸ਼ਮਣ ਸੈਨਾ ਦੇ ਬਹੁਤ ਆਦਮੀ ਮਾਰੇ ਗਏ ਅਤੇ ਕਾਫੀ ਫੱਟੜ ਹੋ ਗਏ। ਆਪਣੀ ਫੌਜ ਦੀ ਤਬਾਹੀ ਵੇਖ ਕੇ ਲਲਾ ਬੇਗ ਨੇ ਕੰਬ ਕੇ ਕਿਹਾ, ਯਾ ਅੱਲਾਹ, ਇਹ ਕੀ ਬਣ ਰਿਹਾ ਹੈ? ਹਜ਼ਾਰਾਂ ਸਿਪਾਹੀ ਮਰ ਰਹੇ ਹਨ ਅਤੇ ਹਜ਼ਾਰਾਂ ਹੀ ਫੱਟੜ ਹੋਏ ਪਏ ਹਨ। ਸੀਤ ਕੋਈ ਪੇਸ਼ ਨਹੀਂ ਜਾਣ ਦਿੰਦੀ। ਇਸ ਤਰ੍ਹਾਂ ਪਰੇਸ਼ਾਨ ਹੋ ਕੇ ਲਲਾ ਬੇਗ ਦੇ 2 ਪੁੱਤਰਾਂ ਆਪਣੇ ਨਾਲ 10,000 ਸੂਰਮੇ ਲੈ ਕੇ ਗੁਰੂ ਜੀ ਉੱਤੇ ਚੌਥੀ ਵਾਰ ਹੱਲਾ ਬੋਲ ਦਿੱਤਾ। ਇਹਨਾਂ ਦੇ ਟਾਕਰੇ ਵਾਸਤੇ ਗੁਰੂ ਜੀ ਨੇ ਭਾਈ ਬਿਧੀ ਚੰਦ ਨੂੰ 1,000 ਸੂਰਮਾ ਦੇ ਕੇ ਉਸ ਨੂੰ ਅੱਗੋਂ ਰੋਕਣ ਵਾਸਤੇ ਅਤੇ ਜੋਧੇ ਸ਼ਾਹ ਦੇ ਮਲਕ ਜਾਤੀ ਨੂੰ ਦੁਸ਼ਮਣ ਦੇ ਪਿੱਛੋਂ ਦੀ ਹੋ ਕੇ ਪੈਣ ਨੂੰ ਆਖਿਆ। ਇਸ ਤਰ੍ਹਾਂ ਦੁਸ਼ਮਣ ਸੈਨਾ ਨੂੰ ਅੱਗੋਂ ਅਤੇ ਪਿੱਛੋਂ ਘੇਰਾ ਪਾ ਕੇ ਗੋਲੀਆਂ ਅਤੇ ਤੀਰਾਂ ਦੀ ਵਰਖਾ ਕਰਕੇ ਸਿੱਖਾਂ ਸੂਰਮਿਆਂ ਨੇ ਤਰਥੱਲੀ ਮਚਾ ਦਿੱਤੀ ਅਤੇ ਦੁਸ਼ਮਣ ਸੈਨਾ ਦੇ ਚੰਗੇ ਆਹੂ ਲਾਹੇ। ਯੁੱਧ ਦਾ ਇਹ ਰੰਗ ਵੇਖ ਕੇ ਗੁਰੂ ਜੀ ਆਪ ਯੁੱਧ ਭੂਮੀ ਵਿੱਚ ਆਣ ਕੇ ਤੀਰਾਂ ਦੀ ਵਰਖਾ ਕਰਨ ਲੱਗੇ, ਜਿਸ ਨਾਲ ਸੈਂਕੜੇ ਦੁਸ਼ਮਣੀ ਧਰਤੀ ਉੱਤੇ ਡਿੱਗ ਪਏ। ਅਲੀ ਅਲੀ ਅਤੇ ਅਕਾਲ ਅਕਾਲ ਨਾਰਿਆਂ ਨਾਲ ਆਕਾਸ਼ ਗੂੰਜ ਉੱਠਿਆ। ਇਸ ਘਮਸਾਨ ਯੁੱਧ ਵਿੱਚ ਦੁਸ਼ਮਣ ਸੈਨਾ ਦਾ ਇਹ 10,000 ਆਦਮੀ ਵੀ ਤਬਾਹ ਹੋ ਗਿਆ।
ਕੁਝ ਮਰ ਗਏ, ਕੁਝ ਫੱਟੜ ਹੋ ਗਏ, ਕੁਝ ਨਕਾਰੇ ਹੋ ਗਏ। ਆਪਣੀ ਫੌਜ ਦਾ ਵੀ ਬਹੁਤ ਨੁਕਸਾਨ ਵੇਖ ਕੇ ਲਲਾ ਬੇਗ ਨੂੰ ਬਹੁਤ ਗੁੱਸਾ ਚੜਿਆ। ਉਸਨੇ ਆਪਣੇ ਸਰਦਾਰਾਂ ਨੂੰ ਆਖਿਆ ਕਿ ਇੱਥੇ ਸਾਨੂੰ ਰਾਤ ਸਮੇਂ ਲੜਾਈ ਨਹੀਂ ਕਰਨੀ ਚਾਹੀਦੀ, ਕਿਉਂਕਿ ਅਸੀਂ ਇਸ ਮੁਲਕ ਦੇ ਭੇਤੀ ਨਹੀਂ ਹਾਂ, ਜਿਸ ਕਰਕੇ ਸਿੱਖ ਸਾਡਾ ਬਹੁਤ ਨੁਕਸਾਨ ਕਰ ਦਿੰਦੇ ਹਨ। ਕੱਲ ਦਿਨ ਚੜ੍ਹੇ ਮੈਂ ਆਪਣੇ ਜਵਾਨਾਂ ਵੀ ਅਗਵਾਈ ਕਰਕੇ ਵੇਖਾਂਗਾ। ਜਦ ਦਿਨ ਚੜ੍ਹਿਆ ਤਾਂ ਲਲਾ ਬੇਗ ਨੇ ਨਗਾਰੇ ਦੇ ਚੋਟ ਮਰਵਾ ਕੇ ਹੱਲਾ ਬੋਲ ਦਿੱਤਾ। ਜਦ ਲਲਾ ਬੇਗ ਮੈਦਾਨ ਵਿੱਚ ਆਇਆ ਤਾਂ ਹਸਨ ਖਾਂ ਨੇ ਗੁਰੂ ਜੀ ਨੂੰ ਦੱਸਿਆ ਕਿ ਲਲਾ ਬੇਗ ਹੈ। ਤਦ ਗੁਰੂ ਜੀ ਨੇ ਤੀਰ ਦਾ ਨਿਸ਼ਾਨਾ ਮਾਰ ਕੇ ਲਲਾ ਬੇਗ ਦੇ ਸਿਰ ਤੋਂ ਪੱਗ ਡੇਗ ਦਿੱਤੀ। ਆਪਣੀ ਪੱਗ ਤੀਰ ਨਾਲ ਡਿੱਗੀ ਵੇਖ ਕੇ ਲਲਾ ਬੇਗ ਬਹੁਤ ਘਬਰਾਇਆ ਅਤੇ ਆਪਣੀਆਂ ਸਿਪਾਹੀਆਂ ਨੂੰ ਹੁਕਮ ਦੇ ਕੇ ਇੱਕਦਮ ਗੋਲੀਆਂ ਦੀ ਬਿਸ਼ਾਰ ਕਰਾ ਦਿੱਤੀ। ਇੱਕ ਹੋਰ ਜਰਨੈਲ ਕਾਬਲ ਬੇਗ ਨੇ ਗੁਰੂ ਜੀ ਦਾ ਆਮੋ ਸਾਹਮਣੇ ਹੋ ਕੇ ਯੁੱਧ ਕੀਤਾ ਅਤੇ ਕੁਝ ਵਾਰ ਕਰਕੇ ਅੰਤ ਨੂੰ ਗੁਰੂ ਜੀ ਦੀ ਤਲਵਾਰ ਤੇ ਵਾਰ ਉਸਦਾ ਸਿਰ ਧੜ ਤੋਂ ਵੱਖ ਹੋ ਗਿਆ ਅਤੇ ਧਰਤੀ ਤੇ ਜਾ ਡਿੱਗਾ। ਫਿਰ ਕਮਰ ਬੇਗ ਆਪ ਅੱਗੇ ਹੋ ਕੇ ਜੋਧਰਾਏ ਨਾਲ ਲੜਿਆ ਅਤੇ ਜੋਧਰਾਏ ਦੇ ਬਰਛੇ ਨਾਲ ਪੁੱਠਾ ਹੋ ਕੇ ਜ਼ਮੀਨ ਤੇ ਡਿੱਗ ਪਿਆ ਤੇ ਸਦਾ ਦੀ ਨੀਂਦ ਸੌਂ ਗਿਆ। ਸ਼ਾਹੀ ਸੈਨਾ ਦੇ ਸਿਪਾਹੀਆਂ ਨੇ ਜੋਧਰਾਏ ਨੂੰ ਫੱਟੜ ਕਰ ਦਿੱਤਾ ਅਤੇ ਉਸ ਦਾ ਘੋੜਾ ਗੋਲੀਆਂ ਮਾਰ ਕੇ ਮਾਰ ਦਿੱਤਾ। ਜੋਧਰਾਏ ਨੂੰ ਗੁਰੂ ਜੀ ਨੇ ਇੱਕ ਹੋਰ ਘੋੜੇ ਤੇ ਚੜਾ ਕੇ ਡੇਰੇ ਭੇਜ ਦਿੱਤਾ। ਦੋ ਵੱਡੇ ਸੂਰਮਿਆਂ ਦੀ ਮੌਤ ਉਪਰੰਤ ਲਲਾ ਬੇਗ ਦੇ ਦੋਵੇਂ ਪੁੱਤਰ ਕਾਸਮ ਬੇਗ ਤੇ ਸ਼ਮਸ ਬੇਗ ਗੁੱਸਾ ਖਾ ਕੇ ਅੱਗੇ ਵਧੇ। ਗੁਰੂ ਜੀ ਨੇ ਇਹਨਾਂ ਦਾ ਟਾਕਰਾ ਕਰਨ ਵਾਸਤੇ ਬਿਧੀ ਚੰਦ ਅਤੇ ਮਲਕ ਜਾਤੀ ਨੂੰ ਭੇਜਿਆ। ਭਾਈ ਬਿਧੀ ਚੰਦ ਦੀ ਤਲਵਾਰ ਦੇ ਵਾਰ ਨਾਲ ਕਾਸਮ ਬੇਗ ਦੋ ਟੋਟੇ ਹੋ ਕੇ ਧਰਤੀ ਤੇ ਡਿੱਗ ਪਿਆ। ਲਲਾ ਬੇਗ ਆਪਣੇ ਪੁੱਤਰ ਦੀ ਮੌਤ ਵੇਖ ਕੇ ਗੁੱਸੇ ਨਾਲ ਆਪ ਅੱਗੇ ਵਧਿਆ। ਇਸ ਦਾ ਟਾਕਰਾ ਭਾਈ ਜੇਠਾ ਜੀ ਤੇ ਬਹੁਤ ਬਹਾਦਰੀ ਨਾਲ ਕੀਤਾ, ਪਰ ਅੰਤ ਨੂੰ ਬਹੁਤੇ ਦੁਸ਼ਮਣਾਂ ਦੇ ਘੇਰੇ ਆਉਣ ਕਰਕੇ ਭਾਈ ਜੇਠਾ ਜੀ ਸ਼ਹੀਦੀ ਪ੍ਰਾਪਤ ਕਰ ਗਏ। ਇੱਥੋਂ ਮਲਕ ਜਾਤੀ ਨੇ ਆਪਣਾ ਦਾਅ ਤਾੜ ਕੇ ਸ਼ਮਸ ਬੇਗ ਉੱਤੇ ਇੱਕ ਅਜਿਹਾ ਤਲਵਾਰ ਦਾ ਵਾਰ ਕੀਤਾ ਕਿ ਸ਼ਮਸ ਬੇਗ ਦੀ ਧੌਣ ਵੱਢੀ ਗਈ ਅਤੇ ਆਪਣੇ ਘੋੜੇ ਉੱਤੇ ਹੀ ਲਟਕਦਾ ਹੋਇਆ ਮਰ ਗਿਆ।